And now, a special treat for those of you that understand Punjabi. Please stay tuned for comedian Tarlok Singh Jug. For those of you that don't understand Punjabi, rejoin us shortly for the Sikh Lens virtual concert. Tarlok Singh Jug, whose humorous viral videos boast over 20 million views, did not have a conventional foray into comedy. He was born and grew up in Punjab, India. He attended Punjab Engineering College and served in the Ministry of Defence Ordnance Cable Factory for 15 years in Chandigarh. In 1981, he migrated to Calgary, Canada with his wife and 2 sons. Spreading laughter has been Mr. Jug's mission since he was born. Even as a young adult, he was known to enliven any gathering by reciting his jokes for entertainment. It was only after retirement at the age of 75 where Mr. Jug was able to devote the time necessary to his comedic talents. Immediately, he became a worldwide phenomenon, and his videos are being shared across YouTube, WhatsApp, TikTok, Facebook, and Instagram. ਲਓ ਵੀ ਦੋਸਤੋ, ਅਕਸਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਪਤਨੀਆਂ ਪੇਕੇ ਚਲੀਆਂ ਜਾਣ ਨਾ ਤਾਂ ਬੰਦਿਆਂ ਦੀ ਮੌਜ ਹੁੰਦੀ ਆ, ਉਹ ਭੰਗੜੇ ਪਾਉਂਦੇ ਨੇ, ਪਰ ਹਕੀਕਤ ਇਹ ਚੇਂਜ ਨਹੀਂ ਹੁੰਦਾ। ਜਦੋਂ ਪਤਨੀਆਂ ਪੇਕੇ ਚਲੀਆਂ ਜਾਣ ਨਾ ਤਾਂ ਘਰ ਭੂਤ ਬੰਗਲਾ ਬਣਿਆ ਹੁੰਦਾ ਅਤੇ ਰਸੋਈ ਕਬਾੜੀਏ ਦੀ ਦੁਕਾਨ। ਲਓ ਜੀ, ਹੋਇਆ ਇਸ ਤਰ੍ਹਾਂ ਕਿ ਕਿਸੇ ਦੀ ਨਾ ਪਤਨੀ ਚਲੀ ਗਈ ਪੇਕੇ। ਉਹਨੇ ਜ਼ਿੰਦਗੀ 'ਚ ਕਦੇ ਚਾਹ ਨਹੀਂ ਸੀ ਬਣਾਈ। ਚਾਹ ਉਹਨੇ ਪ੍ਰੈਸ਼ਰ ਕੁੱਕਰ 'ਚ ਧਰੀ ਅਤੇ ਹੁਣ ਉਹਨੂੰ ਪਤਾ ਨਹੀਂ ਸੀ ਕਿ ਕਿੰਨੀਆਂ ਸੀਟੀਆਂ ਵਜਵਾਉਣੀਆਂ ਨੇ। ਉਹਨੇ SMS ਕਰਕੇ ਆਪਣੇ ਦੋਸਤਾਂ ਨੂੰ ਪੁੱਛਿਆ ਵੀ ਮੈਂ ਪ੍ਰੈਸ਼ਰ ਕੁੱਕਰ 'ਚ ਚਾਹ ਧਰੀ ਹੈ, ਦੱਸੋ ਕਿੰਨੀਆਂ ਸੀਟੀਆਂ ਮਾਰਾਂ। ਤਾਂ ਉਹ ਪਹਿਲੇ ਦੋਸਤ ਨੇ ਕਿਹਾ ਵੀ ਉਹਦੇ ਵਿੱਚ ਤਾਂ ਪਹਿਲਾਂ ਹੀ ਸੀਟੀ ਲੱਗੀ ਹੋਈ ਹੈ। ਦੂਜਾ ਕਹਿੰਦਾ ਵੀ ਪ੍ਰੈਸ਼ਰ ਕੁੱਕਰ ਵਿੱਚ ਚਾਹ ਨੂੰ ਸੋਕ ਕਰ ਅਤੇ ਘੰਟੇ ਬਾਅਦ ਜਿੰਨੀਆਂ ਮਰਜ਼ੀ ਸੀਟੀਆਂ ਮਰਵਾ ਲਈ। ਅਤੇ ਤੀਜਾ ਕਹਿੰਦਾ ਉਹ ਪਾਗਲਾ ਵਿੰਡੋ ਖੋਲ੍ਹ, ਸੀਟੀ ਮਾਰ, ਗੁਆਂਢਣ ਆ ਕੇ ਚਾਹ ਬਣਾ ਜਾਏਗੀ। ਅਤੇ ਚੌਥਾ ਤਾਂ ਬਹੁਤਾ ਹੀ ਕਲਾਕਾਰ ਸੀ, ਉਹ ਕਹਿੰਦਾ ਪਾਗਲਾ ਪਤਨੀ ਗਈ ਹੋਵੇ ਪੇਕੇ ਅਤੇ ਤੂੰ ਬਣਾਉਂਦਾ ਪਿਆ ਚਾਹ, ਬੋਤਲ ਲਿਆ ਅਤੇ ਫਿਰ ਜਿੰਨੀਆਂ ਕਹੇਂਗਾ ਸੀਟੀਆਂ ਮਾਰ ਦਿਆਂਗੇ। ਲਓ ਜੀ, ਪ੍ਰੈਸ਼ਰ ਕੁੱਕਰ ਤੋਂ ਯਾਦ ਆਇਆ ਕਿ ਪਤੀ ਪਤਨੀ ਦੀ ਬਹਿਸ ਹੋ ਰਹੀ ਸੀ, ਝਗੜਾ ਹੋ ਰਿਹਾ ਸੀ। ਤਾਂ ਪਤਨੀ ਕਹਿੰਦੀ ਮੈਨੂੰ ਤਾਂ ਵਿਆਹ ਤੋਂ ਪਹਿਲਾਂ ਹੀ ਪਤਾ ਸੀ ਕਿ ਤੁਹਾਡੀ ਅਤੇ ਮੇਰੀ ਦਾਲ ਨਹੀਂ ਗਲਣੀ। ਤਾਂ ਪਤੀ ਕਹਿੰਦਾ ਫਿਰ ਦਾਜ ਵਿੱਚ ਪ੍ਰੈਸ਼ਰ ਕੁੱਕਰ ਲੈ ਕੇ ਆਉਣਾ ਸੀ। ਉਹ ਲਓ ਜੀ, ਹੋਇਆ ਇਸ ਤਰ੍ਹਾਂ ਕਿ ਪਤੀ ਪਤਨੀ ਨਾ ਲਿਵਿੰਗ ਰੂਮ ਵਿੱਚ ਬੈਠੇ ਸੀ, ਬੜੇ ਆਰਾਮ ਨਾਲ ਰਿਲੈਕਸ ਸੀ ਅਤੇ ਬੜੀ ਸੋਹਣੀ ਗੁਆਂਢਣ ਆ ਗਈ। ਜਦੋਂ ਗੁਆਂਢਣ ਆ ਕੇ ਬੈਠੀ ਤਾਂ ਮਰਦਾਂ ਨੂੰ ਤਾਂ ਤੁਸੀਂ ਜਾਣਦੇ ਹੀ ਹੋ, ਉਹ ਬੰਦੇ ਦੀ ਮਰਜ਼ੀ ਸੀ ਕਿ ਪਤਨੀ ਇੱਧਰ ਉੱਧਰ ਹੋਵੇ ਅਤੇ ਮੈਂ ਕੋਈ ਗੱਲ ਕਰਾਂ। ਲਓ ਜੀ, ਰੱਬ ਨੇ ਉਹਦੀ ਸੁਣ ਲਈ। ਪ੍ਰੈਸ਼ਰ ਕੁੱਕਰ ਦੀ ਸੀਟੀ ਵੱਜ ਗਈ ਰਸੋਈ ਵਿੱਚੋਂ। ਤਾਂ ਪਤੀ ਕਹਿੰਦਾ ਪਤਨੀ ਨੂੰ, ਉਹ ਜਾਈਂ, ਉਹ ਰਸੋਈ ਵਿੱਚ ਜਾਈਂ, ਕਿਤੇ ਦਾਲ ਸੜ ਨਾ ਜਾਵੇ। ਅਤੇ ਪਤਨੀ ਕਹਿੰਦੀ ਮੇਰੀ ਦਾਲ ਭਾਵੇਂ ਸੜ ਜਾਵੇ ਪਰ ਮੈਂ ਤੁਹਾਡੀ ਦਾਲ ਨਹੀਂ ਜੇ ਗਲਣ ਦੇਣੀ। ਉਹ ਲਓ ਬਈ, ਹੁਣੇ ਨਾ ਆਪਾਂ ਪੇਕੇ ਜਾਣ ਦੀਆਂ ਗੱਲਾਂ ਕਰ ਰਹੇ ਸੀ। ਇੱਕ ਪਤਨੀ ਪੇਕੇ ਗਈ ਹੋਈ ਸੀ ਤਾਂ ਉਹਨੇ ਕੁਝ ਦਿਨਾਂ ਬਾਅਦ ਆਪਣੇ ਪਤੀ ਨੂੰ ਉਹਦੇ ਮੋਬਾਈਲ ਫੋਨ 'ਤੇ ਫੋਨ ਕੀਤਾ ਅਤੇ ਪਤੀ ਨਾਲ ਗੱਲਾਂ ਬਾਤਾਂ ਕੀਤੀਆਂ। ਹਾਂਜੀ, ਸਭ ਕੁਝ ਠੀਕ ਠਾਕ ਹੈ, ਸਿਹਤ ਠੀਕ ਹੈ, ਬੱਚੇ ਠੀਕ ਨੇ। ਹਾਂਜੀ, ਕੀ ਕਰ ਰਹੇ ਹੋ? ਕਹਿੰਦਾ ਮੈਂ ਰਸੋਈ ਵਿੱਚ ਚਾਹ ਬਣਾ ਰਿਹਾ। ਤਾਂ ਪਤਨੀ ਨੂੰ ਨਾ ਥੋੜ੍ਹਾ ਜਿਹਾ ਸ਼ੱਕ ਹੋਇਆ ਕਿ ਇਹ ਰਸੋਈ ਵਿੱਚ ਨਹੀਂ ਹੈਗੇ। ਤਾਂ ਉਹ ਕਹਿਣ ਲੱਗੀ ਕਿ ਅੱਛਾ ਮੈਨੂੰ ਕੋਈ ਨਾ ਨਿਸ਼ਾਨੀ ਦੱਸੋ ਕਿ ਤੁਸੀਂ ਰਸੋਈ ਵਿੱਚ ਹੋ। ਤਾਂ ਪਤੀ ਨੇ ਕੀ ਕੀਤਾ ਕਿ ਕੜਾਹੀ ਦੇ ਵਿੱਚ ਨਾ ਕੜਛੀ ਮਾਰ ਕੇ ਉਹਨੂੰ ਦੱਸ ਦਿੱਤਾ। ਪਤਨੀ ਖੁਸ਼ ਹੋ ਗਈ, ਉਹਨੇ ਕਿਹਾ ਵੀ ਹਾਂ ਠੀਕ ਕਰ ਹੀ ਹੈਗੇ ਨੇ।
ਥੋੜ੍ਹੀ ਦੇਰ ਬਾਅਦ ਪਤਨੀ ਨੂੰ ਖਿਆਲ ਆਇਆ ਕਿ ਬੱਚਿਆਂ ਨਾਲ ਤਾਂ ਮੈਂ ਗੱਲ ਹੀ ਨਹੀਂ ਕੀਤੀ। ਤੇ ਉਹਨੇ ਪਤਨੀ ਨੇ ਫੇਰ ਨਾ ਲੈਂਡਲਾਈਨ ਤੇ ਘਰ ਫੋਨ ਕੀਤਾ। ਬੱਚਿਆਂ ਨੇ ਫੋਨ ਚੁੱਕਿਆ ਤਾਂ ਬੱਚਿਆਂ ਨੂੰ ਪੁੱਛਦੀ, ਸੁਣਾਓ ਬੱਚਿਓ, ਠੀਕ ਠਾਕ ਹੋ, ਪੜ੍ਹਾਈ ਠੀਕ ਹੋ ਰਹੀ ਹੈ, ਡੈਡੀ ਨੂੰ ਤੰਗ ਤਾਂ ਨਹੀਂ ਕਰਦੇ ਹੋ? ਸਾਰੀਆਂ ਗੱਲਾਂ ਹੋ ਗਈਆਂ। ਤਾਂ ਫਿਰ ਕਹਿਣ ਲੱਗੀ, ਅੱਛਾ ਡੈਡੀ ਨੂੰ ਫੋਨ ਦਿਓ। ਤਾਂ ਬੱਚੇ ਕਹਿਣ ਲੱਗੇ, ਡੈਡੀ ਡੈਡੀ ਤਾਂ ਘਰ ਹੀ ਨਹੀਂ ਹੈਗੇ। ਤਾਂ ਪਤਨੀ ਕਹਿਣ ਲੱਗੀ, ਘਰ ਹੀ ਹੈਗੇ ਨੇ, ਰਸੋਈ ਵਿੱਚ ਹੈਗੇ ਨੇ, ਜਾ ਕੇ ਦੇਖੋ। ਉਹਨਾਂ ਨੇ ਕੜਾਹੀ ਵਿੱਚ ਕੜਛੀ ਮਾਰ ਕੇ ਮੈਨੂੰ ਦੱਸਿਆ ਸੀ ਕਿ ਉਹ ਰਸੋਈ 'ਚ ਹੈਗੇ ਨੇ। ਤਾਂ ਬੱਚੇ ਹੱਸਣ ਲੱਗ ਪਏ ਤੇ ਕਹਿੰਦੇ, ਮੰਮੀ ਜਦੋਂ ਦੇ ਤੁਸੀਂ ਗਏ ਹੋ ਨਾ, ਡੈਡੀ ਨੇ ਕੜਾਹੀ ਤੇ ਕੜਛੀ ਕਾਰ ਵਿੱਚ ਹੀ ਰੱਖੀ ਹੋਈ ਹੈ। ਉਹ ਜੀ ਪੇਕੇ ਜਾਣ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਇੱਕ ਪਤਨੀ ਪੇਕੇ ਗਈ ਨਾ ਤੇ ਉਹਦਾ ਘਰ ਵਾਲਾ ਉਹਨੂੰ ਬਾਰ-ਬਾਰ ਫੋਨ ਕਰਦਾ ਸੀ, ਰੋਜ਼ ਹੀ ਫੋਨ ਕਰਨਾ। ਜਦੋਂ ਉਹਨੇ ਇੱਕ ਵਾਰੀ ਫੋਨ ਕੀਤਾ ਤਾਂ ਉਹਦੀ ਸੱਸ ਨੇ ਫੋਨ ਚੁੱਕਿਆ ਤੇ ਸੱਸ ਕਹਿੰਦੀ, ਤੈਨੂੰ ਕਿੰਨੀ ਵਾਰੀ ਕਿਹਾ ਹੈ ਕਿ ਤੇਰੇ ਵਾਸਤੇ ਉਹ ਮਰ ਗਈ ਹੈ, ਤੂੰ ਬਾਰ-ਬਾਰ ਫਿਰ ਫੋਨ ਕਿਉਂ ਕਰਦਾ? ਤੇ ਉਹ ਕਹਿਣ ਲੱਗਿਆ, ਬਸ ਇਹੀ ਸੁਣਨ ਵਾਸਤੇ ਫੋਨ ਕਰਦਾ ਸੀ, ਚੰਗਾ ਲੱਗਦਾ ਸੀ। ਉਹ ਜੀ ਪਤੀ ਅਤੇ ਪਤਨੀ ਦਾ ਝਗੜਾ ਹੁੰਦਾ ਹੈ, ਅਕਸਰ ਗੁੱਸਾ ਹੁੰਦਾ ਹੈ, ਗਿਲਾ ਹੁੰਦਾ ਹੈ। ਉਹ ਲੜਾਈ ਹੋਈ ਤਾਂ ਇੱਕ ਔਰਤ ਨੇ ਨਾ ਆਪਣੀ ਮਾਂ ਨੂੰ ਫੋਨ ਕੀਤਾ, ਕਹਿੰਦੀ, ਮੰਮੀ ਮੇਰੀ ਨਾ ਮੇਰੇ ਪਤੀ ਨਾਲ ਬੜੀ ਲੜਾਈ ਹੋਈ ਹੈ ਅਤੇ ਮੈਂ ਤਾਂ ਹੁਣ ਇੱਥੇ ਨਹੀਂ ਰਹਿਣਾ, ਮੈਂ ਨਾ 5-6 ਮਹੀਨਿਆਂ ਵਾਸਤੇ ਤੁਹਾਡੇ ਕੋਲ ਰਹਿਣ ਆ ਰਹੀ ਹਾਂ। ਤਾਂ ਉਹਦੀ ਮਾਂ ਕਹਿੰਦੀ, ਨਹੀਂ ਤੂੰ ਨਹੀਂ ਆਉਣਾ, ਗਲਤੀ ਉਹਦੀ ਹੈ, ਸਜ਼ਾ ਵੀ ਉਹਨੂੰ ਮਿਲਣੀ ਚਾਹੀਦੀ ਹੈ। ਮੈਂ ਆ ਰਹੀ ਹਾਂ 6 ਮਹੀਨੇ ਤੇਰੇ ਕੋਲ ਰਹਿਣ ਵਾਸਤੇ। ਉਹ ਇਸੇ ਤਰ੍ਹਾਂ ਹੀ ਜੀ ਇੱਕ ਆਦਮੀ ਨਾ ਆਪਣੇ ਦੋਸਤ ਨੂੰ ਦੱਸ ਰਿਹਾ ਸੀ ਕਿ ਮੁਸੀਬਤਾਂ ਜਿੰਨੀਆਂ ਵੀ ਆਉਂਦੀਆਂ ਨੇ ਨਾ, ਇਕੱਠੀਆਂ ਆਉਂਦੀਆਂ ਨੇ। ਮੁਸੀਬਤਾਂ ਜਿੰਨੀਆਂ ਵੀ ਆਉਂਦੀਆਂ ਨੇ, ਇਕੱਠੀਆਂ ਆਉਂਦੀਆਂ ਨੇ। ਉਹ ਕਹਿੰਦਾ, ਉਹ ਕਿਵੇਂ? ਕਹਿੰਦਾ, ਕੱਲ ਮੇਰੀ ਪਤਨੀ ਪੇਕਿਓਂ ਆਈ ਹੈ ਤੇ ਨਾਲ ਸੱਸ ਨੂੰ ਵੀ ਲੈ ਆਈ ਹੈ। ਕਿਸੇ ਦੇ ਘਰ ਜਾ ਕੇ ਨਾ ਇੱਕ ਸਿਪਾਹੀ ਨੇ ਦਰਵਾਜ਼ਾ ਖੜਕਾਇਆ। ਜਦੋਂ ਆਦਮੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਿਪਾਹੀ ਕਹਿੰਦਾ ਕਿ ਸਾਨੂੰ ਖਬਰ ਮਿਲੀ ਹੈ ਕਿ ਤੇਰੇ ਘਰ ਵਿਸਫੋਟ ਸਮੱਗਰੀ ਹੈ, ਤੇਰੇ ਘਰ ਵਿੱਚ ਵਿਸਫੋਟ ਸਮੱਗਰੀ ਹੈ। ਤਾਂ ਉਹ ਆਦਮੀ ਕਹਿੰਦਾ, ਜਨਾਬ ਖਬਰ ਤਾਂ ਤੁਹਾਡੀ ਬਿਲਕੁਲ ਸੱਚੀ ਹੈ, ਪਰ ਅੱਜ ਕੱਲ੍ਹ ਉਹ ਪੇਕੇ ਗਈ ਹੋਈ ਹੈ। ਅੱਜ ਕੱਲ੍ਹ ਕਰੋਨਾ ਫੈਲਿਆ ਹੋਇਆ ਨਾ, ਤੇ ਕੋਈ ਘਰੋਂ ਬਾਹਰ ਨਹੀਂ ਜਾਂਦਾ, ਘਰ ਦੇ ਵਿੱਚ ਹੀ ਰਹਿੰਦੇ ਨੇ। ਤਾਂ ਇੱਕ ਪਤਨੀ ਆਪਣੇ ਪਤੀ ਨੂੰ ਕਹਿ ਰਹੀ ਸੀ, ਬੜਾ ਦਾਰੂ ਕਰਦਾ ਸੀ, ਬੜਾ ਦਾਰੂ ਕਰਦਾ ਸੀ, ਹੁਣ ਠੇਕੇ ਜਾ ਕੇ ਦਿਖਾ। ਤਾਂ ਉਹ ਆਪਣੀ ਪਤਨੀ ਨੂੰ ਕਹਿੰਦਾ, ਬੜੀ ਮਾਂ ਕਰਦੀ ਸੀ, ਹੁਣ ਪੇਕੇ ਜਾ ਕੇ ਦਿਖਾ। ਉਹ ਗੁਆਂਢਣ ਦੀ ਗੱਲ ਹੋ ਰਹੀ ਸੀ ਤਾਂ ਇੱਕ ਨਾ ਦਾਦਾ ਆਪਣੇ ਪੋਤੇ ਨੂੰ ਕਹਿੰਦਾ ਕਿ ਬੇਟਾ ਮੇਰਾ ਨਾ ਡੈਂਚਰ ਲੈ ਕੇ ਆਈ ਅੰਦਰੋਂ। ਤਾਂ ਪੋਤਾ ਕਹਿੰਦਾ ਕਿ ਦਾਦੂ ਹਾਲੇ ਤਾਂ ਖਾਣੇ ਨੂੰ ਬੜਾ ਟਾਈਮ ਹੈਗਾ, ਤੂੰ ਹੁਣੇ ਡੈਂਚਰ ਕੀ ਕਰਨਾ? ਤਾਂ ਉਹ ਕਹਿੰਦਾ, ਮੈਂ ਪੜੋਸਣ ਨੂੰ ਸਮਾਈਲ ਦੇਣੀ ਹੈ। ਇਸੇ ਤਰ੍ਹਾਂ ਹੀ ਪਤੀ ਪਤਨੀ ਰਿਲੈਕਸਡ ਲਿਵਿੰਗ ਰੂਮ ਵਿੱਚ ਆਪਣਾ ਬੈਠੇ ਹੋਏ ਸੀ ਤੇ ਗੱਲਾਂ ਗੱਪਾਂ ਮਾਰ ਰਹੇ ਸੀ। ਤਾਂ ਪਤਨੀ ਪਤੀ ਨੂੰ ਪੁੱਛਣ ਲੱਗੀ ਕਿ ਜੇ ਤੁਹਾਨੂੰ ਹੁਣ 5 ਔਰਤਾਂ ਨਾਲ ਵਿਆਹ ਕਰਾਉਣ ਦਾ ਮੌਕਾ ਮਿਲੇ ਤਾਂ ਤੁਸੀਂ ਕਿਹਦੇ ਨਾਲ ਵਿਆਹ ਕਰਾਓਗੇ? ਤਾਂ ਪਤੀ ਕਹਿਣ ਲੱਗਿਆ, ਚੱਲ ਫਿਰ ਪਹਿਲਾਂ ਤੂੰ ਹੀ ਦੱਸ ਵੀ ਜੇ ਤੈਨੂੰ ਮੌਕਾ ਮਿਲੇ ਤਾਂ ਕਿਹੜੇ 5 ਬੰਦਿਆਂ ਨਾਲ ਵਿਆਹ ਕਰਵਾਏਂਗੀ? ਤਾਂ ਉਹ ਪਤਨੀ ਕਹਿਣ ਲੱਗੀ, ਮੈਂ ਤਾਂ ਜਾਂ
ਸਲਮਾਨ ਖਾਨ ਨਾਲ, ਜਾਂ ਸੈਫ ਅਲੀ ਖਾਨ ਨਾਲ, ਜਾਂ ਸ਼ਾਹਰੁਖ ਖਾਨ ਨਾਲ, ਜਾਂ ਰਣਵਿੰਦਰ ਸਿੰਘ ਨਾਲ, ਜਾਂ ਰਣਵੀਰ ਕਪੂਰ ਨਾਲ। ਤੇ ਫਿਰ ਪਤਨੀ ਨੇ ਪੁੱਛਿਆ ਪਤੀ ਨੂੰ ਵੀ ਤੁਸੀਂ ਕਿਹਦੇ ਨਾਲ ਵਿਆਹ ਕਰਾਵੋਗੇ। ਦੇਖੋ ਬੰਦੇ ਕਿੰਨੇ ਸਿੰਪਲ ਮਾਈਂਡਡ ਹੁੰਦੇ ਨੇ, ਸਾਦੇ ਹੁੰਦੇ ਨੇ। ਉਹ ਕਹਿੰਦਾ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਜਾਂ ਤਾਂ ਤੇਰੀ ਭੈਣ ਨਾਲ ਵਿਆਹ ਕਰਾਵਾਂਗਾ, ਜਾਂ ਤੇਰੀ ਸਹੇਲੀ ਨਾਲ, ਜਾਂ ਜਿਹੜੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਆਉਂਦੀ ਹੈ ਉਹਦੇ ਨਾਲ, ਤੇ ਜਾਂ ਫਿਰ ਪੜੋਸਣ ਨਾਲ। ਲੋ ਬਈ, ਮੁੰਡਾ ਜਵਾਨ ਹੋ ਗਿਆ ਤਾਂ ਉਹ ਆਪਣੇ ਵਾਸਤੇ ਕੁੜੀ ਲੱਭਣ ਵਾਸਤੇ ਮੈਰਿਜ ਬਿਊਰੋ ਗਿਆ, ਤੇ ਮੈਰਿਜ ਬਿਊਰੋ ਵਾਲਿਆਂ ਨੂੰ ਜਾ ਕੇ ਆਪਣੀ ਰਿਕੁਆਇਰਮੈਂਟ ਦੱਸਣੀ ਸੀ। ਪਰ ਜਦੋਂ ਉਹ ਦਫ਼ਤਰ ਪਹੁੰਚਿਆ ਤਾਂ ਦਫ਼ਤਰ ਬੰਦ ਸੀ, ਤੇ ਦਫ਼ਤਰ ਦੇ ਬਾਹਰ ਲਿਖਿਆ ਹੋਇਆ ਸੀ ਕਿ ਇਹ ਦਫ਼ਤਰ 12 ਤੋਂ 1 ਵਜੇ ਤੱਕ ਲੰਚ ਵਾਸਤੇ ਬੰਦ ਰਹਿੰਦਾ, ਤੁਸੀਂ ਫਿਰ ਸੋਚ ਲਓ। ਲੋ ਜੀ, ਉਧਰ ਕੁੜੀ ਜਵਾਨ ਹੋ ਗਈ ਤੇ ਕੁੜੀ ਗਈ ਮੈਰਿਜ ਬਿਊਰੋ ਤੇ। ਮੈਰਿਜ ਬਿਊਰੋ ਜਾ ਕੇ ਆਪਣੇ ਵਾਸਤੇ ਮੁੰਡਾ ਲੱਭਣ ਵਾਸਤੇ ਉਹਨੇ ਮੈਰਿਜ ਬਿਊਰੋ ਦੇ ਅਫਸਰ ਨੂੰ ਆਪਣੀਆਂ ਰਿਕੁਆਇਰਮੈਂਟਸ ਦੱਸੀਆਂ ਵੀ ਉਹ ਕੀ ਚਾਹੁੰਦੀ ਹੈ। ਮੁੰਡੇ ਵਿੱਚ ਇਹ ਗੁਣ ਹੋਣ, ਇਹ ਤਨਖਾਹ ਹੋਵੇ, ਮੁੰਡਾ ਘਰ ਦੇ ਕੰਮ ਕਰ ਸਕਦਾ ਹੋਵੇ, ਉਹ ਇਹ ਵੀ ਕਰ ਸਕਦਾ ਹੋਵੇ, ਉਹ ਵੀ ਕਰ ਸਕਦਾ ਹੋਵੇ। ਕਿੰਨੀ ਵੱਡੀ ਲਿਸਟ ਦੇ ਦਿੱਤੀ। ਤਾਂ ਮੈਰਿਜ ਬਿਊਰੋ ਦਾ ਮੈਨੇਜਰ ਕਹਿਣ ਲੱਗਿਆ, ਮੈਡਮ ਤੁਸੀਂ ਗਲਤ ਜਗ੍ਹਾ ਆ ਗਏ ਹੋ, ਇਹ ਮੈਰਿਜ ਬਿਊਰੋ ਹੈ, ਤੁਹਾਨੂੰ ਲੇਬਰ ਬਿਊਰੋ ਜਾਣਾ ਚਾਹੀਦਾ। ਲੋ ਜੀ, ਇਹ ਹੀ ਮੁੰਡਾ ਤੇ ਕੁੜੀ ਆਪਸ ਵਿੱਚ ਪਿਆਰ ਕਰਨ ਲੱਗ ਪਏ। ਹੁਣ ਇਹਨਾਂ ਦਾ ਪਿਆਰ ਹੋ ਗਿਆ ਤੇ ਇੱਕ ਦਿਨ ਲੁਧਿਆਣੇ ਰੇਲਵੇ ਸਟੇਸ਼ਨ ਤੇ ਖੜੇ ਹੋਏ ਸੀ ਤਾਂ ਮੁੰਡਾ ਕੁੜੀ ਨੂੰ ਕਹਿੰਦਾ ਬਈ ਦੇਖ, ਗੱਡੀ ਆਉਣ ਵਾਲੀ ਹੈ, ਤੂੰ ਮੈਨੂੰ ਹੁਣੇ ਦੱਸ ਦੇ ਕਿ ਤੂੰ ਮੇਰੇ ਨਾਲ ਵਿਆਹ ਕਰਾਏਂਗੀ, ਨਹੀਂ ਤਾਂ ਮੈਂ ਗੱਡੀ ਥੱਲੇ ਸਿਰ ਦੇ ਦਿਆਂਗਾ। ਤੇ ਕੁੜੀ ਕਹਿਣ ਲੱਗੀ ਬਈ ਮੈਨੂੰ ਸੋਚਣ ਦਾ ਥੋੜਾ ਟਾਈਮ ਤਾਂ ਦੇ, ਮੈਨੂੰ ਸੋਚਣ ਦਾ ਟਾਈਮ ਤਾਂ ਦੇ, ਗੱਡੀ ਦਾ ਕੀ ਹੈ, ਗੱਡੀ ਤਾਂ ਹਰ ਅੱਧੇ ਘੰਟੇ ਪਿੱਛੋਂ ਆਉਂਦੀ ਹੈ। ਲੋ ਜੀ, ਉਹ ਮੁੰਡੇ ਕੁੜੀ ਦਾ ਵਿਆਹ ਹੋ ਗਿਆ। ਹੁਣ ਤੁਸੀਂ ਤਾਂ ਜਾਣਦੇ ਹੀ ਹੋ ਕਿ ਆਪਣੇ ਪਿੰਡਾਂ ਵਿੱਚ ਜਦੋਂ ਵਿਆਹ ਹੁੰਦਾ ਹੈ ਨਾ ਤੇ ਸਾਰਾ ਫਿਰ ਪਿੰਡ ਇਕੱਠਾ ਹੋ ਜਾਂਦਾ ਹੈ ਕੁੜੀ ਦੀ ਡੋਲੀ ਵਾਸਤੇ, ਕੁੜੀ ਦੀ ਵਿਦਾਈ ਵਾਸਤੇ। ਉਹ ਡੋਲੀ ਤੇ ਜਦੋਂ ਕੁੜੀ ਜਾ ਰਹੀ ਸੀ ਆਪਣੇ ਮੁੰਡੇ ਨਾਲ ਵਿਆਹ ਕਰਾ ਕੇ ਤੇ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਸਨ। ਇਹਨੇ ਵਿੱਚ ਹੀ ਕੀ ਹੋਇਆ ਜੀ, ਕੁੜੀ ਦੌੜਦੀ ਦੌੜਦੀ ਵਾਪਸ ਆ ਗਈ ਤੇ ਸਿੱਧੀ ਆਪਣੇ ਕਮਰੇ 'ਚ ਵੜ ਗਈ। ਮਾਂ ਪਿਓ ਨੂੰ ਬੜਾ ਫਿਕਰ ਹੋਇਆ ਤੇ ਉਹ ਸਿੱਧੀ ਅੰਦਰ ਵੜ ਗਈ ਤੇ ਫਟਾਫਟ ਬਾਹਰ ਵੀ ਆ ਗਈ। ਤੇ ਮਾਂ ਪਿਓ ਕਹਿਣ ਲੱਗੇ ਇਹ ਤੂੰ ਕੀ ਕੀਤਾ, ਤੂੰ ਤਾਂ ਸਾਨੂੰ ਕਲੰਕ ਲਗਾ ਦਿੱਤਾ ਹੈ, ਇਹ ਕਿਉਂ ਕੀਤਾ ਤੂੰ। ਤੇ ਕੁੜੀ ਕਹਿਣ ਲੱਗੀ ਤੁਹਾਨੂੰ ਆਪਣੇ ਘਰ ਦਾ ਪਿਆ ਹੋਇਆ, ਮੇਰਾ ਚਾਰਜਰ ਘਰ ਰਹਿ ਗਿਆ ਸੀ। ਲੋ ਜੀ, ਵਿਆਹ ਹੋ ਗਿਆ। ਵਿਆਹ ਹੋ ਗਿਆ ਤੇ ਉਹ ਕੁੜੀ ਜਦੋਂ ਆਪਣੇ ਸਹੁਰੇ ਘਰ ਜਾਂਦੀ ਹੈ ਪਹਿਲੀ ਵਾਰੀ ਤਾਂ ਸੱਸ ਸ਼ਗਨ ਕਰਦੀ ਹੈ, ਉਹਦਾ ਸਵਾਗਤ ਕਰਦੀ ਹੈ। ਸਵਾਗਤ ਤੋਂ ਬਾਅਦ ਫਿਰ ਕੁੜੀ ਕਹਿਣ ਲੱਗੀ, ਕੁੜੀ ਆਪਣੇ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਇਹ ਕਹਿੰਦੀ ਹੈ ਬਈ ਤੁਹਾਡੇ ਸਾਰਿਆਂ ਦਾ ਧੰਨਵਾਦ, ਸਤਿ ਸ੍ਰੀ ਅਕਾਲ, ਤੁਸੀਂ ਮੈਨੂੰ ਆਪਣੇ ਪਰਿਵਾਰ ਵਿੱਚ ਸ਼ਾਮਲ ਕੀਤਾ। ਪਰ ਮੈਂ ਤੁਹਾਡੇ ਨਾਲ ਨਾ ਇੱਕ ਦੋ ਗੱਲਾਂ ਕਰਨਾ ਚਾਹੁੰਦੀ ਹਾਂ ਕਿ ਮੈਂ ਹੁਣ ਇਸ ਘਰ ਵਿੱਚ ਆ ਗਈ ਹਾਂ, ਮੈਂ ਕੋਈ ਤਬਦੀਲੀ ਨਹੀਂ ਚਾਹੁੰਦੀ, ਕਿਉਂਕਿ ਜੇ ਤਬਦੀਲੀ ਹੋਵੇਗੀ ਤਾਂ ਮੈਨੂੰ ਤਕਲੀਫ ਹੋਏਗੀ। ਇਸ ਘਰ ਵਿੱਚ ਜਿਵੇਂ ਚੱਲ ਰਿਹਾ ਨਾ ਪਹਿਲਾਂ, ਮੈਂ ਚਾਹੁੰਦੀ ਹਾਂ ਉਂਝ ਹੀ ਚੱਲਦਾ ਰਹੇ। ਜਿਹੜੇ ਖਾਣਾ ਬਣਾਉਂਦੇ ਨੇ ਖਾਣਾ ਬਣਾਉਂਦੇ ਰਹਿਣ, ਜਿਹੜੇ ਸਫਾਈਆਂ ਕਰਦੇ ਨੇ ਸਫਾਈਆਂ ਕਰਦੇ ਰਹਿਣ, ਜਿਹੜੇ ਕੱਪੜੇ ਧੋਂਦੇ ਨੇ ਕੱਪੜੇ ਧੋਂਦੇ ਰਹਿਣ।
मैं कोई तब्दीली नहीं चाहती, तब्दीली नाल मैनू तकलीफ होएगी। ते जिथों तक मेरा सवाल है, आई विल ईट रोटी एंड आई विल गेट मोटी। आई विल हैव bun, I will have fun, and I will control your son. लो जी हुण सौरे घर आ गई है कुड़ी, तो पहली वारी उन्ने ना रोटी बनाई। चकले दे उत्ते ना रोटी वो वेल रही सी, ते रसोई विचों कोई आवाज़ नहीं सी आ रही। ਤੇ ਪਤੀ ਨੂੰ ਥੋੜਾ ਜਿਹਾ ਫਿਕਰ ਹੋਇਆ, ਕਿਉਂਕਿ ਚਕਲੇ ਦੀ ਨਾ ਇੱਕ ਲੱਤ ਟੁੱਟੀ ਹੋਈ ਸੀ। 3 ਲੱਤਾਂ ਹੁੰਦੀਆਂ ਨੇ ਤੇ 2 ਲੱਤਾਂ ਸਨ, ਤੇ ਜਦੋਂ ਚਕਲੇ ਤੇ ਤੁਸੀਂ ਵੇਲਣਾ ਘੁਮਾਉਂਦੇ ਹੋ ਤਾਂ ਉਹ ਖਟ-ਪਟ ਦੀ ਆਵਾਜ਼ ਆਉਂਦੀ ਸੀ। ਪਰ ਜਦੋਂ ਪਤਨੀ ਨਵੀਂ ਵਿਆਹੀ ਦੁਲਹਨ ਖਾਣਾ ਬਣਾ ਰਹੀ ਸੀ, ਰੋਟੀ ਬਣਾ ਰਹੀ ਸੀ, ਤਾਂ ਕੋਈ ਆਵਾਜ਼ ਨਹੀਂ ਸੀ ਆ ਰਹੀ। तो पति ने पूछा भी ये तो यदी आवाज़ आती होंगी है। तो पत्नी कहन लगी, देखो जी यदी एक लत्त टुटी हुई सी ते ये खटपट कर रहा सी, ते मैनू खटपट पसंद नहीं हैगी। मैं उहदियां दोवें लत्तां वड्ड दित्तियां सी। लो जी पति ने उस तो बाद सारी उम्र कदे खटपट नहीं कीती। लो जी पहली बारी जदों पत्नी ने रोटी बनाई, खाना बनाया, तो सब्जी विच बड़ियां मर्चां सन, पर पति ने खा लियां। ते पत्नी पूछन लगी किहो जी बनी सी सब्जी, तो वह कहंदा बहुत स्वादी सी, बहुत चंगी बनी सी। तो पत्नी कहंदी पर तुहाडियां तां अखां विच पानी आ गया। तो पति कहन लग्या ये खुशी दे आंसू ने, ये खुशी दे हंझू ने। तो पत्नी ने कड़छी चुकी ते होर पान लगी। तो पति कहंदा नहीं, होर खुशी मेरे कोलों ना बर्दाश्त नहीं होएगी। लो बई जदों विआह हो गया तो आदमी अपने काम ते गया, ते अपने बॉस नूं जाके कहंदा है कि सर हुण मेरा विआह हो गया है ते मेरी तनख्वाह वधा दिओ, मेरा विआह हो गया है ते मेरी तनख्वाह वधा दिओ। तो बास कहन लग्या देख बई ਜਿਹੜੀਆਂ ਘਟਨਾਵਾਂ ਜਾਂ ਹਾਦਸੇ ਫੈਕਟਰੀ ਤੋਂ ਬਾਹਰ ਹੁੰਦੇ ਨੇ ਉਹਦੇ ਅਸੀਂ ਜ਼ਿੰਮੇਵਾਰ ਨਹੀਂ ਹੈਗੇ। ਲੋ ਜੀ ਪਤੀ ਪਤਨੀ ਹੁਣ ਨਾ ਸਹੁਰੇ ਘਰ ਜਾਂਦੇ ਨੇ। ਸਹੁਰੇ ਘਰ ਜਾਂਦੇ ਨੇ ਤਾਂ ਉਹ ਆਦਮੀ ਦਾ ਸਾਲਾ ਕਹਿੰਦਾ ਜੀਜਾ ਜੀ ਤੁਹਾਨੂੰ ਨਾ ਗਊ ਵਰਗੀ ਭੈਣ ਦਿੱਤੀ ਹੈ। ਤਾਂ ਉਹ ਕਹਿਣ ਲੱਗਿਆ ਫਿਰ ਗਊਸ਼ਾਲਾ ਦੇ ਦੇਣੀ ਸੀ, ਮੇਰੇ ਨਾਲ ਕਿਉਂ ਬੰਨੀ ਜੇ। ਸਹੁਰਾ ਕਹਿੰਦਾ ਜਵਾਈ ਨੂੰ ਤੈਨੂੰ ਹੀਰਿਆਂ ਵਰਗੀ, ਮੋਤੀਆਂ ਵਰਗੀ, ਕਰੋੜਾਂ ਰੁਪਈਆਂ ਦੀ ਧੀ ਦਿੱਤੀ ਹੈ। ਤੇ ਜਵਾਈ ਕਹਿੰਦਾ ਉਹ ਗੱਲਾਂ ਛੱਡੋ, ਦੱਸੋ ਵਾਪਸ ਕਿੰਨੇ ਵਿੱਚ ਲੈਣੀ ਜੇ। ਸਹੁਰਾ ਜਵਾਈ ਨੂੰ ਪੁੱਛਦਾ ਕਿ ਤੂੰ ਸਾਨੂੰ ਵਿਆਹ ਤੋਂ ਪਹਿਲਾਂ ਦੱਸਿਆ ਕਿਉਂ ਨਹੀਂ ਸੀ ਕਿ ਤੂੰ ਸ਼ਰਾਬ ਪੀਨਾ। ਤਾਂ ਉਹ ਆਪਣੇ ਸਹੁਰੇ ਨੂੰ ਕਹਿੰਦਾ ਤੁਸੀਂ ਕਿਹੜਾ ਦੱਸਿਆ ਸੀ ਕਿ ਤੁਹਾਡੀ ਧੀ ਲਹੂ ਪੀਂਦੀ ਆ। ਜਵਾਈ ਕਹਿੰਦਾ ਸਹੁਰੇ ਨੂੰ ਤੁਹਾਡੀ ਧੀ ਵਿੱਚ ਦਿਮਾਗ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਤੁਹਾਡੀ ਧੀ ਵਿੱਚ ਦਿਮਾਗ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਤੇ ਸਹੁਰਾ ਕਹਿੰਦਾ ਦੇਖ ਬਈ ਤੂੰ ਮੇਰੇ ਕੋਲੋਂ ਮੇਰੀ ਧੀ ਦਾ ਹੱਥ ਮੰਗਿਆ ਸੀ, ਦਿਮਾਗ ਦਾ ਕੋਈ ਜ਼ਿਕਰ ਨਹੀਂ ਸੀ ਹੋਇਆ। ਲੋ ਜੀ ਜਦੋਂ ਪਤੀ ਪਤਨੀ ਸਹੁਰੇ ਘਰ ਗਏ
ਤਾਂ ਉੱਥੇ ਕੀ ਕੀਤਾ, ਉਹਦੀ ਸੱਸ ਨੇ, ਮੁੰਡੇ ਦੀ ਸੱਸ ਨੇ, ਉੱਥੇ ਕੋਈ ਸਾਧ ਆਇਆ ਹੋਇਆ ਸੀ ਤੇ ਉਹਦੇ ਪ੍ਰਵਚਨ ਵਾਸਤੇ ਲੈ ਗਏ। ਸਾਧ ਪ੍ਰਵਚਨ ਕਰ ਰਿਹਾ ਸੀ ਤੇ ਉਹ ਸਾਰਿਆਂ ਨੂੰ ਪੁੱਛਦਾ ਹੈ ਬਈ ਕਿੰਨੇ ਕਿੰਨੇ ਸਵਰਗ ਜਾਣਾ ਹੈ। ਜਿਹੜੇ ਜਿਹੜੇ ਸਵਰਗ ਜਾਣਾ ਚਾਹੁੰਦੇ ਨੇ ਆਪਣਾ ਹੱਥ ਖੜਾ ਕਰੋ। ਇਹਦੀ ਸੱਸ ਨੇ ਵੀ ਹੱਥ ਖੜਾ ਕੀਤਾ, ਮੁੰਡੇ ਦੀ ਪਤਨੀ ਨੇ ਵੀ ਹੱਥ ਖੜਾ ਕੀਤਾ, ਪਰ ਇਹਨੇ ਨਹੀਂ ਕੀਤਾ। ਸਾਧ ਕਹਿੰਦਾ ਤੂੰ ਸਵਰਗ ਨਹੀਂ ਜਾਣਾ? ਤਾਂ ਉਹ ਕਹਿਣ ਲੱਗਿਆ ਜੇ ਇਹ ਦੋਵੇਂ ਸਵਰਗ ਚਲੀਆਂ ਜਾਣ ਤਾਂ ਸਵਰਗ ਤਾਂ ਇੱਥੇ ਹੀ ਬਣ ਜਾਣਾ। ਲਓ ਜੀ, ਜਦੋਂ ਵਾਪਸ ਜਾਣ ਲੱਗੇ ਨਾ ਤੇ ਜਵਾਈ ਨੇ ਨਾ ਸੱਸ ਨੂੰ ਮੱਥਾ ਟੇਕ ਕੇ ਕਿਹਾ ਤੁਹਾਡੀ ਧੀ ਵਿੱਚ ਹਜ਼ਾਰਾਂ ਕਮੀਆਂ ਨੇ, ਤੁਹਾਡੀ ਧੀ ਵਿੱਚ ਹਜ਼ਾਰਾਂ ਕਮੀਆਂ ਨੇ। ਤੇ ਸੱਸ ਨੇ ਵੀ ਆਸ਼ੀਰਵਾਦ ਦੇ ਦਿੱਤਾ ਤੇ ਕਹਿੰਦੀ ਹੈ ਇਸੇ ਕਰਕੇ ਉਹਨੂੰ ਚੰਗਾ ਪਤੀ ਨਹੀਂ ਮਿਲਿਆ। ਲਓ ਜੀ, ਹੁਣ ਸਹੁਰੇ ਘਰ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਕੋਈ ਦੱਸ ਰਿਹਾ ਸੀ ਕਿ ਜਿਹੜੇ ਸਾਂਢੂ ਹੁੰਦੇ ਨੇ ਨਾ, ਸਾਂਢੂਆਂ ਦੀ ਡੈਫੀਨੀਸ਼ਨ ਇਹ ਹੁੰਦੀ ਹੈ ਕਿ ਉਹ ਦੋ ਇੰਪਲਾਈ ਜਿਹੜੇ ਇੱਕੋ ਹੀ ਕੰਪਨੀ ਕੋਲੋਂ ਠੱਗੇ ਗਏ ਹੋਣ, ਉਹਨਾਂ ਨੂੰ ਸਾਂਢੂ ਕਹਿੰਦੇ ਨੇ। ਲੋ ਬਈ, ਸਾਂਢੂ ਦੀ ਗੱਲ ਹੋਈ ਹੈ ਤੇ ਆਪਾਂ ਹੁਣ ਕੁੜਮ ਦੀ ਗੱਲ ਕਰਦੇ ਹਾਂ। ਇੱਕ ਆਦਮੀ ਆਪਣੇ ਕੁੜਮ ਦੇ ਘਰ ਗਿਆ ਤੇ ਉਹਨੇ ਉਹਦੀ ਬੜੀ ਸੇਵਾ ਕੀਤੀ ਤੇ ਜਦੋਂ ਰਾਤ ਪੈ ਗਈ ਤੇ ਉਹ ਕਹਿਣ ਲੱਗਿਆ ਕਿ दारू ਦਾ ਇੱਕ ਪੈਗ ਲਾ ਲਈਏ। ਤਾਂ ਉਹ ਕਹਿਣ ਲੱਗਿਆ ਹਾਂ ਲਾ ਲਓ, ਰਾਤ ਨੂੰ ਨੀਂਦਰ ਜ਼ਰਾ ਸੋਹਣੀ ਪਵੇਗੀ। ਤਾਂ ਉਹਨੇ ਜਦੋਂ ਪੈਗ ਬਣਾਏ ਤਾਂ ਕੁੜਮ ਨੂੰ ਪੁੱਛਣ ਲੱਗਿਆ ਕਿ ਪਾਣੀ ਕਿੰਨਾ ਪਾਵਾਂ, दारू ਵਿੱਚ ਪਾਣੀ ਕਿੰਨਾ ਪਾਵਾਂ? ਤਾਂ ਉਹ ਕਹਿੰਦਾ ਨਾ ਪਾਣੀ ਬਿਲਕੁਲ ਨਾ ਪਾਣਾ, ਅਸੀਂ ਧੀ ਦੇ ਘਰ ਦਾ ਪਾਣੀ ਨਹੀਂ ਪੀਂਦੇ। ਉਹ ਇੱਥੋਂ ਹੀ ਮੈਨੂੰ ਯਾਦ ਆਇਆ ਜੀ ਕਿ ਇੱਕ ਨਾ ਬਲਦ ਨੇ ਸ਼ੇਰ ਨੂੰ ਬੁਲਾਇਆ ਪਾਰਟੀ ਵਾਸਤੇ। ਸ਼ਾਮ ਨੂੰ ਬਲਦ ਤੇ ਸ਼ੇਰ ਬੈਠੇ ਹੋਏ ਸੀ ਤੇ ਪੈਗ ਲਾ ਲਿਆ, ਬੋਤਲ ਖੋਲ ਲਈ ਤੇ ਇੱਕ ਪੈਗ ਪਾ ਲਿਆ। ਲਓ ਜੀ, 2 ਪੈਗ ਪੀਣ ਤੋਂ ਬਾਅਦ ਸ਼ੇਰ ਕਹਿੰਦਾ ਵੀ ਚੰਗਾ ਮੈਂ ਤਾਂ ਹੁਣ ਘਰ ਚੱਲਦਾ। ਤਾਂ ਬਲਦ ਕਹਿੰਦਾ ਵੀ ਹਾਲੇ ਤਾਂ ਹੁਣੇ ਸ਼ੁਰੂ ਵੀ ਹੋਈ ਹੈ ਇਹ ਥੋੜੀ ਜਿਹੀ ਹੋਰ ਪੀ ਕੇ ਫਿਰ ਜਾਈ। ਤੇ ਸ਼ੇਰ ਕਹਿੰਦਾ ਨਹੀਂ ਭਰਾਵਾ, ਤੂੰ ਤਾਂ ਤੇਰੇ ਘਰ ਤਾਂ ਗਊ ਹੈਗੀ ਹੈ ਤੇ ਮੈਂ ਤਾਂ ਜਾ ਕੇ ਸ਼ੇਰਨੀ ਦਾ ਸਾਹਮਣਾ ਕਰਨਾ ਹੈ ਨਾ। ਲੋ ਜੀ, ਇਹ ਹੋਇਆ ਇਸ ਤਰ੍ਹਾਂ ਕਿ ਇੱਕ ਨਾ ਸੈਮੀਨਾਰ ਹੋ ਰਿਹਾ ਸੀ ਇੱਕ ਜਗ੍ਹਾ ਤੇ ਨਾ, ਐਜੂਕੇਸ਼ਨਲ ਸੈਮੀਨਾਰ ਹੋ ਰਿਹਾ ਸੀ ਤੇ ਉੱਥੇ ਇੱਕ ਆਦਮੀ ਕਹਿ ਰਿਹਾ ਸੀ ਕਿ ਮੈਂ ਜ਼ਿੰਦਗੀ ਦੇ ਸਭ ਤੋਂ ਸੋਹਣੇ ਸਾਲ, ਜ਼ਿੰਦਗੀ ਦੇ ਸਭ ਤੋਂ ਵਧੀਆ ਸਾਲ ਇੱਕ ਐਸੀ ਔਰਤ ਦੀਆਂ ਬਾਹਾਂ ਵਿੱਚ ਗੁਜ਼ਾਰੇ ਜਿਹੜੀ ਮੇਰੀ ਪਤਨੀ ਨਹੀਂ ਸੀ, ਉਹ ਮੇਰੀ ਮਾਂ ਸੀ। ਸਾਰਿਆਂ ਨੇ ਤਾਲੀਆਂ ਮਾਰੀਆਂ, ਬੜੇ ਖੁਸ਼ ਹੋਏ। ਉੱਥੇ ਇੱਕ ਨਾ ਆਦਮੀ ਸ਼ਰਾਬ ਪੀ ਰਿਹਾ ਸੀ ਤੇ ਸ਼ਰਾਬ ਪੀ ਕੇ ਤੇ ਉਹ ਆਪਣੇ ਘਰ ਚਲਾ ਗਿਆ ਤੇ ਘਰ ਜਾ ਕੇ ਉਹਨੇ ਉਹੀਓ ਗੱਲ ਆਪਣੀ ਪਤਨੀ ਨੂੰ ਕਹੀ ਕਿ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਸਾਲ ਇੱਕ ਐਸੀ ਔਰਤ ਦੀਆਂ ਬਾਹਾਂ ਵਿੱਚ ਗੁਜ਼ਾਰੇ ਜਿਹੜੀ ਮੇਰੀ ਪਤਨੀ ਨਹੀਂ ਸੀ। ਤੇ ਸ਼ਰਾਬ ਪੀਤੀ ਹੋਈ ਸੀ। ਪਤਨੀ ਨੇ ਉਹਦੇ ਵੱਲ ਘੂਰ ਕੇ ਵੇਖਿਆ ਤੇ ਉਹ ਭੁੱਲ ਗਿਆ ਵੀ ਮੈਂ ਅੱਗੇ ਕੀ ਕਹਿਣਾ। ਕਹਿੰਦਾ ਪਰ ਮੈਨੂੰ ਉਸ ਔਰਤ ਦਾ ਨਾਂ ਨਹੀਂ ਯਾਦ ਆ ਰਿਹਾ। ਲਓ ਜੀ, ਫਿਰ ਕੀ ਹੋਇਆ ਹੋਵੇਗਾ ਇਹ ਤੁਸੀਂ ਆਪੇ ਹੀ ਸੋਚ ਲਵੋ। ਸੁਨੇਹਾ ਇਹ ਹੈ ਕਿ if you cannot
paste properly, do not copy. Do not copy if you cannot paste properly. ਇੱਕ ਆਦਮੀ ਬਹੁਤ ਬਿਮਾਰ ਸੀ ਤਾਂ ਉਹਦੀ ਪਤਨੀ ਨੇ ਕਿਹਾ ਵੀ ਤੁਸੀਂ ਡਾਕਟਰ ਨੂੰ ਮਿਲ ਆਓ, ਦੇਖੋ ਡਾਕਟਰ ਕੀ ਕਹਿੰਦਾ। ਜਦੋਂ ਸ਼ਾਮ ਨੂੰ ਪਤੀ ਘਰ ਆਇਆ ਤਾਂ ਪਤਨੀ ਪੁੱਛਦੀ ਹੈ ਡਾਕਟਰ ਕੀ ਕਹਿੰਦਾ ਸੀ? ਤਾਂ ਪਤੀ ਨੇ ਬੜਾ ਨਿਰਾਸ਼ ਜਿਹਾ ਹੋ ਕੇ ਕਿਹਾ ਕਿ ਡਾਕਟਰ ਨੇ ਜਵਾਬ ਦੇ ਦਿੱਤਾ। ਡਾਕਟਰ ਕਹਿੰਦਾ ਸੀ ਕਿ ਬਸ ਤੂੰ ਹੁਣ ਨਾ ਸਿਰਫ 6 ਜਾਂ 8 ਘੰਟੇ ਜਿਉਂਦਾ ਰਹੇਗਾ ਤੇ ਤੂੰ ਸਵੇਰ ਨਹੀਂ ਦੇਖਣੀ। ਬੜਾ ਅਫਸੋਸ ਹੋਇਆ, ਪਤੀ ਪਤਨੀ ਗੱਲਾਂ ਕਰਦੇ ਰਹੇ ਤੇ ਫਿਰ ਰਾਤ ਨੂੰ ਸੌਂ ਗਏ। ਹੁਣ ਪਤੀ ਨੂੰ ਨੀਂਦਰ ਨਹੀਂ ਆ ਰਹੀ ਸੀ। ਪਤੀ ਕਹਿੰਦਾ ਪਤਨੀ ਨੂੰ ਸੌਂ ਗਈ ਏ, ਸੌਂ ਗਈ ਏ। ਪਤਨੀ ਕਹਿੰਦੀ ਹੋਰ ਕੀ ਕਰਾਂ, ਤੁਸੀਂ ਤਾਂ ਸਵੇਰੇ ਉੱਠਣਾ ਨਹੀਂ। ਲਓ ਜੀ, ਇੱਕ ਸਿਪਾਹੀ ਨੇ ਥਾਣੇਦਾਰ ਨੂੰ ਫੋਨ ਕੀਤਾ ਥਾਣੇ ਤੇ ਕਹਿਣ ਲੱਗਿਆ ਕਿ ਜਨਾਬ ਮੈਂ ਮੌਕਾ-ਏ ਵਾਰਦਾਤ ਤੋਂ ਬੋਲ ਰਿਹਾ। ਇੱਥੇ ਇੱਕ ਔਰਤ ਨੇ ਆਪਣੀ ਪਤੀ ਨੂੰ ਗੋਲੀ ਮਾਰ ਦਿੱਤੀ ਹੈ। ਤਾਂ ਥਾਣੇਦਾਰ ਨੇ ਕਿਹਾ ਵੀ ਗੋਲੀ ਕਿਉਂ ਮਾਰੀ ਹੈ? ਤਾਂ ਉਹ ਸਿਪਾਹੀ ਕਹਿਣ ਲੱਗਿਆ ਕਿ ਪਤਨੀ ਪੋਚਾ ਫੇਰ ਰਹੀ ਸੀ ਤੇ ਪੋਚੇ ਦੇ ਉੱਤੇ ਪਤੀ ਨੇ ਪੈਰ ਰੱਖ ਦਿੱਤਾ, ਉਹਨੇ ਉਹਨੂੰ ਗੋਲੀ ਮਾਰ ਦਿੱਤੀ। ਤਾਂ ਥਾਣੇਦਾਰ ਨੇ ਸਿਪਾਹੀ ਨੂੰ ਕਿਹਾ ਫਿਰ ਤੁਸੀਂ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਏ? ਤੇ ਸਿਪਾਹੀ ਕਹਿੰਦਾ ਨਹੀਂ ਜਨਾਬ, ਹਾਲੇ ਪੋਚਾ ਗਿੱਲਾ ਹੈ। ਇੱਕ ਪਤਨੀ ਪਤੀ ਨੂੰ ਕਹਿੰਦੀ ਜੇ ਮੈਂ ਤੁਹਾਨੂੰ 2-3 ਦਿਨ ਨਾ ਦਿਸਾਂ ਤਾਂ, ਜੇ ਮੈਂ ਤੁਹਾਨੂੰ 2-3 ਦਿਨ ਨਾ ਦਿਸਾਂ ਤਾਂ। ਉਹ ਪਤੀ ਵਿਚਾਰਾ ਸਿੱਧਾ ਸਾਦਾ ਸ਼ਰੀਫ ਜਿਹਾ ਆਦਮੀ ਸੀ, ਉਹ ਕਹਿ ਬੈਠਾ ਮੈਨੂੰ ਚੰਗਾ ਲੱਗੇਗਾ। ਲਓ ਜੀ, ਦੂਜੇ ਦਿਨ ਪਤਨੀ ਨਹੀਂ ਦਿਸੀ, ਤੀਜੇ ਦਿਨ ਪਤਨੀ ਨਹੀਂ ਦਿਸੀ, ਚੌਥੇ ਦਿਨ ਜਾ ਕੇ ਅੱਖਾਂ ਦੀ ਸੋਜਸ਼ ਥੋੜੀ ਜਿਹੀ ਘਟੀ ਤੇ ਫਿਰ ਜਾ ਕੇ ਪਤਨੀ ਦਿਸੀ। ਇੱਕ ਪਤਨੀ ਨੇ ਆਪਣੇ ਪਤੀ ਨੂੰ ਫੋਨ ਕੀਤਾ, ਪਤੀ ਨੂੰ ਪੁੱਛਦੀ ਹੈ ਕਿੱਥੇ ਹੋ, ਕਿੱਥੇ ਹੋ? ਤਾਂ ਪਤੀ ਕਹਿਣ ਲੱਗਿਆ ਦਫ਼ਤਰ ਹੈਗਾ, ਕੰਮ ਬਹੁਤ ਹੈ, ਮੈਂ ਤਾਂ ਕੰਮ ਵਿੱਚ ਬਹੁਤ ਬਿਜ਼ੀ ਹੈਗਾ। ਤਾਂ ਫਿਰ ਪਤੀ ਪੁੱਛਦਾ ਪਤਨੀ ਨੂੰ ਤੁਸੀਂ ਕਿੱਥੇ ਹੋ? ਤਾਂ ਪਤਨੀ ਕਹਿੰਦੀ ਅਸੀਂ ਕੰਟੱਕੀ ਫਰਾਈਡ ਚਿਕਨ ਵਿੱਚ ਬੱਚਿਆਂ ਦੇ ਨਾਲ ਨਾ ਚਿਕਨ ਖਾ ਰਹੇ ਹਾਂ ਤੇ ਤੁਸੀਂ ਸਾਡੇ ਅੱਗੇ ਹੀ ਬੈਠੇ ਹੋਏ ਹੋ, ਤੁਸੀਂ ਸਾਡੇ ਅੱਗੇ ਬੈਠੇ ਹੋ ਤੇ ਅਸੀਂ ਤੁਹਾਡੇ ਪਿੱਛੇ ਬੱਚਿਆਂ ਦੇ ਨਾਲ ਬੈਠੇ ਹਾਂ ਤੇ ਬੱਚੇ ਪੁੱਛ ਰਹੇ ਨੇ ਕਿ ਡੈਡੀ ਦੇ ਨਾਲ ਇਹ ਭੂਆ ਕਿਹੜੀ ਹੈ? ਇੱਕ ਬਾਪੂ ਨੇ ਆਪਣੇ ਪੁੱਤ ਨੂੰ ਫੋਨ ਕੀਤਾ, ਪੁੱਤ ਕਿੱਥੇ ਹੈ, ਪੁੱਤ ਕਿੱਥੇ ਹੈ? ਤਾਂ ਪੁੱਤ ਨੇ ਕਿਹਾ ਬਾਪੂ ਇਮਤਿਹਾਨਾਂ ਦੇ ਦਿਨ ਹੈਗੇ ਨੇ, ਮੈਂ ਦੋਸਤ ਦੇ ਨਾਲ ਪੜ੍ਹਾਈ ਕਰਨ ਜਾ ਰਿਹਾ, ਮੈਂ ਪੜ੍ਹਾਈ ਕਰ ਰਿਹਾ ਉਹਦੇ ਨਾਲ। ਤਾਂ ਫਿਰ ਪੁੱਤ ਨੇ ਬਾਪੂ ਨੂੰ ਪੁੱਛਿਆ ਬਾਪੂ ਤੂੰ ਕਿੱਥੇ ਹੈ? ਬਾਪੂ ਕਹਿੰਦਾ ਮੈਂ ਠੇਕੇ 'ਤੇ ਹਾਂ ਤੇ ਬਹੁਤ ਪਿੱਛੇ ਆ ਲਾਈਨ ਵਿੱਚ, ਤੇ ਤੂੰ ਮੇਰੇ ਨਾਲੋਂ ਅੱਗੇ ਹੈਗਾ ਲਾਈਨ ਵਿੱਚ, ਮੇਰੇ ਵਾਸਤੇ ਵੀ ਇੱਕ ਬੋਤਲ ਲੈ ਲਵੀਂ। ਲਓ ਜੀ, ਸ਼ਰਾਬ ਦਾ ਜ਼ਿਕਰ ਹੋਇਆ ਤੇ ਮੈਨੂੰ ਉੱਥੋਂ ਯਾਦ ਆਇਆ ਕਿ ਇੱਕ ਦੋਸਤ ਇੱਕ ਆਦਮੀ ਨੂੰ ਕਹਿ ਰਿਹਾ ਸੀ ਤੈਨੂੰ ਤਾਂ ਨਰਕ ਵਿੱਚ ਵੀ ਜਗ੍ਹਾ ਨਹੀਂ ਮਿਲਣੀ, ਤੇਰੇ ਸਾਹ ਵਿੱਚੋਂ ਇੰਨੀ ਸ਼ਰਾਬ ਦੀ ਬੋ ਆਉਂਦੀ ਹੈ। ਤਾਂ ਉਹ ਕਹਿਣ ਲੱਗਿਆ ਇਸੇ ਕਰਕੇ ਮੈਂ ਆਪਣਾ ਸਾਹ ਇੱਥੇ ਹੀ ਛੱਡ ਜਾਵਾਂਗਾ। ਇੰਜ ਹੀ ਦੋਸਤ ਆਪਣੇ
ਦੋਸਤ ਨੂੰ ਸਲਾਹ ਦੇ ਰਿਹਾ ਸੀ ਕਿ ਤੂੰ ਸ਼ਰਾਬ ਨਾ ਪੀਤਾ ਕਰ, ਇਹ ਸਲੋ ਪੁਆਇਜ਼ਨ ਹੈ। ਇਹ ਸ਼ਰਾਬ ਜਿਹੜੀ ਹੈ ਨਾ, ਇਹ ਸਲੋ ਪੁਆਇਜ਼ਨ ਹੈ। ਤਾਂ ਉਹਦਾ ਦੋਸਤ ਕਹਿੰਦਾ ਮੈਨੂੰ ਵੀ ਮਰਨ ਦੀ ਇੰਨੀ ਕੋਈ ਕਾਹਲ ਨਹੀਂ ਹੈਗੀ। ਲਓ ਜੀ, ਇੱਕ ਸ਼ਰਾਬੀ ਨੇ ਤੌਬਾ ਕਰ ਦਿੱਤੀ, ਕਹਿੰਦਾ ਵੀ ਮੈਂ ਹੁਣ ਤੋਂ ਬਾਅਦ ਸ਼ਰਾਬ ਨਹੀਂ ਪੀਣੀ। ਉਹ ਗਰਾਜ 'ਚ ਗਿਆ, ਉੱਥੇ ਬੋਤਲਾਂ ਪਈਆਂ ਹੋਈਆਂ ਸੀ। ਉਹਨੇ ਇੱਕ ਬੋਤਲ ਚੁੱਕੀ, ਠਾ ਕਰਕੇ ਮਾਰੀ, ਕਹਿੰਦਾ ਤੇਰੀ ਵਜ੍ਹਾ ਨਾਲ ਮੇਰੀ ਨੌਕਰੀ ਛੁੱਟ ਗਈ। ਦੂਜੀ ਚੁੱਕੀ, ਖਾਲੀ ਸੀ, ਠਾ ਕਰਕੇ ਮਾਰੀ, ਕਹਿੰਦਾ ਤੇਰੀ ਵਜ੍ਹਾ ਨਾਲ ਮੇਰਾ ਘਰ ਵੀ ਵਿਕ ਗਿਆ। ਤੀਜੀ ਚੁੱਕੀ, ਠਾ ਕਰਕੇ ਮਾਰੀ, ਕਹਿੰਦਾ ਤੇਰੀ ਵਜ੍ਹਾ ਕਰਕੇ ਮੇਰੀ ਪਤਨੀ ਵੀ ਮੈਨੂੰ ਛੱਡ ਗਈ। ਚੌਥੀ ਚੁੱਕੀ, ਉਹ ਭਰੀ ਹੋਈ ਸੀ, ਕਹਿੰਦਾ ਤੂੰ ਸਾਈਡ ਤੇ ਹੋ ਜਾ, ਤੂੰ ਹਾਲੇ ਬੇਕਸੂਰ ਹੈ। ਲੋ ਜੀ, ਪਤਨੀਆਂ ਬੜੀਆਂ ਸਿਆਣੀਆਂ ਹੁੰਦੀਆਂ ਨੇ। ਇੱਕ ਪਤੀ ਦਾ ਨਾ ਪੇਟ ਖਰਾਬ ਹੋ ਗਿਆ, ਤਾਂ ਪਤਨੀ ਨੇ ਪਤੀ ਨੂੰ ਕਿਹਾ ਕਿ ਤੁਸੀਂ ਨਾ ਅਜਵਾਇਨ ਲੈ ਲਓ, ਅਜਵਾਇਨ ਲੈ ਲਓ। ਤਾਂ ਪਤੀ ਨੇ ਸ਼ਰਾਬ ਪੀ ਲਈ। ਪਤਨੀ ਨੂੰ ਗੁੱਸਾ ਚੜਿਆ ਤੇ ਉਹ ਕਹਿਣ ਲੱਗੀ ਕਿ ਤੁਸੀਂ ਸ਼ਰਾਬ ਕਿਉਂ ਪੀਤੀ ਹੈ? ਪਤੀ ਕਹਿੰਦਾ ਤੂੰ ਹੀ ਤਾਂ ਕਿਹਾ ਸੀ ਅਜਵਾਇਨ ਲੈ ਲਓ, ਅਜਵਾਇਨ ਲੈ ਲਓ। ਇੱਕ ਪਤਨੀ ਆਪਣੇ ਪਤੀ ਨੂੰ ਕਹਿੰਦੀ ਮੈਂ ਤਾਂ ਜੋ ਵੀ ਕੰਮ ਕਰਦੀ ਹਾਂ ਉਹਦੇ ਵਿੱਚ ਡੁੱਬ ਜਾਂਦੀ ਹਾਂ, ਮੈਂ ਜੋ ਵੀ ਕੰਮ ਕਰਦੀ ਹਾਂ ਉਹਦੇ ਵਿੱਚ ਡੁੱਬ ਜਾਂਦੀ ਹਾਂ। ਤਾਂ ਪਤੀ ਕਹਿੰਦਾ ਤੂੰ ਫਿਰ ਕਿਸੇ ਦਿਨ ਖੂਹ ਕਿਉਂ ਨਹੀਂ ਪੁੱਟ ਲੈਂਦੀ? ਇੱਕ ਆਦਮੀ ਆਪਣੇ ਦੋਸਤ ਨੂੰ ਕਹਿ ਰਿਹਾ ਸੀ, ਯਾਰ ਕੱਲ ਮੇਰੀ ਪਤਨੀ ਨਾ ਖੂਹ ਵਿੱਚ ਡਿੱਗ ਪਈ, ਖੂਹ ਵਿੱਚ ਡਿੱਗ ਪਈ, ਬੜਾ ਰੋਈ, ਬੜਾ ਚਿਲਾਈ। ਤਾਂ ਉਹਦਾ ਦੋਸਤ ਕਹਿੰਦਾ ਹੁਣ ਕੀ ਹਾਲ ਹੈ ਉਹਦਾ? ਕਹਿੰਦਾ ਪਤਾ ਨਹੀਂ, ਮੇਰੇ ਖਿਆਲ ਠੀਕ ਹੀ ਹੈ, ਕਿਉਂਕਿ ਅੱਜ ਖੂਹ ਵਿੱਚੋਂ ਆਵਾਜ਼ ਨਹੀਂ ਆਈ। ਲਓ ਬਈ ਸਾਥੀਓ, ਪਿਛਲੇ 10-15 ਸਾਲ ਵਿੱਚ ਟੈਕਨੋਲੋਜੀ ਇੰਨੀ ਡਿਵੈਲਪ ਹੋਈ ਹੈ, ਇੰਨੀ ਡਿਵੈਲਪ ਹੋਈ ਹੈ ਕਿ ਮੇਰੇ ਜਿਹੇ ਨਿਮਾਣੇ ਜ਼ਰਰੇ ਨੂੰ ਤੁਸਾਂ ਸਾਰਿਆਂ ਨੇ ਮਿਲ ਕੇ ਆਫਤਾਬ ਬਣਾ ਦਿੱਤਾ। ਪਰ ਸਾਨੂੰ ਇਹ ਟੈਕਨੋਲੋਜੀ ਜ਼ਰਾ ਨਾ ਧਿਆਨ ਨਾਲ ਵਰਤਣੀ ਚਾਹੀਦੀ ਹੈ, ਲੋੜ ਜਿੰਨੀ ਹੋਵੇ ਉਨੀ ਵਰਤਣੀ ਚਾਹੀਦੀ ਹੈ। ਲਓ ਜੀ, ਦੋ ਆਦਮੀ ਲੋਕਲ ਟ੍ਰੇਨ 'ਤੇ ਸਫ਼ਰ ਕਰ ਰਹੇ ਸੀ ਤਾਂ ਇੱਕ ਨੇ ਦੂਜੇ ਨੂੰ ਕਿਹਾ ਇਹ ਜਿਹੜਾ ਵਟਸਅਪ ਆਪਾਂ ਇੰਨਾ ਯੂਜ਼ ਕਰਦੇ ਆ ਨਾ, ਇਹ ਵਟਸਅਪ ਆਪਾਂ ਨੂੰ ਬਹੁਤ ਅੱਗੇ ਲੈ ਕੇ ਜਾਏਗਾ। ਤਾਂ ਉਹਦੇ ਦੋਸਤ ਨੇ ਪੁੱਛਿਆ ਵੀ ਉਹ ਕਿਵੇਂ? ਕਹਿੰਦਾ ਹੁਣ ਮੈਨੂੰ ਹੀ ਦੇਖ ਲਓ, ਮੈਂ ਪਿਛਲੇ ਸਟੇਸ਼ਨ 'ਤੇ ਉਤਰਨਾ ਸੀ ਤੇ ਵਟਸਅਪ ਮੈਨੂੰ ਅੱਗੇ ਲੈ ਕੇ ਜਾ ਰਿਹਾ। ਉਹ ਇੰਝ ਹੀ ਹੋਇਆ ਜੀ ਕਿ ਵਟਸਅਪ ਅੱਜ ਕੱਲ੍ਹ ਨਾ ਸਾਰੀ ਉਮਰ ਦੇ ਲੋਕ, ਬੱਚੇ, ਜਵਾਨ, ਬੁੱਢੇ ਵਟਸਅਪ ਬਹੁਤ ਵਰਤਦੇ ਆ। ਪਰ ਮੈਂ ਜਿਹੜੇ 50 ਸਾਲ ਤੋਂ ਉੱਪਰ ਨੇ ਉਹਨਾਂ ਸਾਰਿਆਂ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦਾ ਕਿ ਰਾਤ ਨੂੰ ਸੌਣ ਲੱਗਿਆਂ ਆਪਣੇ ਸਾਰੇ ਮੈਸੇਜਿਸ ਡਿਲੀਟ ਕਰਕੇ ਸੌਂਿਆ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਾਰੀ ਚੈਟ ਮੈਸੇਜਿਸ ਡਿਲੀਟ ਕਰਕੇ ਸੌਂਿਆ ਕਰੋ। ਜੇ ਰਾਤ ਨੂੰ ਕੁਝ ਹੋ ਗਿਆ ਤਾਂ ਸਵੇਰੇ ਬੱਚੇ ਜਦੋਂ ਤੁਹਾਡਾ ਮੋਬਾਈਲ ਚੈੱਕ ਕਰਨਗੇ ਤਾਂ ਕਹਿਣਗੇ ਬਾਪੂ ਇੱਦਾਂ ਦਾ ਲੱਗਦਾ ਤਾਂ ਨਹੀਂ ਸੀ। ਉਹ ਜੀ ਹੋਇਆ ਇਸ ਤਰ੍ਹਾਂ ਕਿ ਯਮਦੂਤ ਆ ਗਿਆ, ਜਮਦੂਤ ਆ ਗਿਆ ਤੇ ਉਹਨੇ ਇੱਕ ਆਦਮੀ ਨੂੰ ਕਿਹਾ ਚੱਲ ਬਈ ਚਲੀਏ। ਆਦਮੀ ਕਹਿਣ ਲੱਗਿਆ ਕਿਉਂ ਚਲੀਏ? ਮੈਂ ਹੱਟਾ ਕੱਟਾ, ਮੇਰੀ ਸਿਹਤ ਬੜੀ ਵਧੀਆ, ਸਾਰਾ ਕੁਝ ਠੀਕ ਹੈ, ਕਿਉਂ ਚਲੀਏ?
ਉਹ ਜਮਦੂਤ ਕਹਿਣ ਲੱਗਿਆ ਗੱਲ ਹੋਰ ਹੈ, ਤੂੰ ਆਪਣਾ ਮੋਬਾਈਲ ਫੋਨ ਘਰ ਅਨਲੌਕ ਕੀਤੇ ਬਗੈਰ ਭੁੱਲ ਆਇਆ ਹੈ ਤੇ ਤੇਰੀ ਪਤਨੀ ਤੇਰੇ ਸਾਰੇ ਮੈਸੇजेस ਪੜ੍ਹ ਰਹੀ ਹੈ। ਤਾਂ ਉਹ ਆਦਮੀ ਯਮਦੂਤ ਨੂੰ ਕਹਿੰਦਾ ਚੱਲ ਫਿਰ ਚਲੀਏ। ਲੋ ਜੀ, ਪਤਨੀ ਦਾ ਫੋਨ ਆਇਆ। ਅੱਜ ਪਤਨੀ ਦਾ ਫੋਨ ਆਇਆ, ਬੜੀ ਰੋ ਰਹੀ ਸੀ, ਬੜੀ ਰੋ ਰਹੀ ਸੀ। ਕਹਿੰਦੀ ਹੈ ਮੈਨੂੰ ਮਾਫ ਕਰ ਦਿਓ, ਮੇਰੇ ਕੋਲੋਂ ਗਲਤੀਆਂ ਹੋ ਗਈਆਂ ਨੇ, ਮੈਂ ਅੱਗੋਂ ਨਹੀਂ ਤੁਹਾਡਾ ਕਹਿਣਾ ਮੰਨਿਆ ਕਰਾਂਗੀ, ਤੁਹਾਡੇ ਨਾਲ ਕਦੀ ਨਹੀਂ ਲੜਿਆ ਕਰਾਂਗੀ, ਤੁਹਾਡੇ ਨਾਲ ਹਮੇਸ਼ਾ ਆਰਾਮ ਨਾਲ, ਪਿਆਰ ਨਾਲ, ਸਤਿਕਾਰ ਨਾਲ ਰਵਾਂਗੀ। ਲੋ ਜੀ, ਮੇਰਾ ਦਿਲ ਭਰ ਆਇਆ, ਬੜਾ ਚੰਗਾ ਲੱਗਿਆ। ਪਤਾ ਨਹੀਂ ਕਿਹਦੀ ਪਤਨੀ ਦਾ ਫੋਨ ਸੀ, ਪਰ ਚੰਗਾ ਬੜਾ ਲੱਗਿਆ। ਅੱਜ ਕੱਲ ਜੀ ਸਾਰੇ ਕੰਮ ਆਨਲਾਈਨ ਹੋ ਰਹੇ ਨੇ, ਸਾਰੇ ਕੰਮ ਆਨਲਾਈਨ ਹੋ ਰਹੇ ਨੇ। ਤੇ ਇੱਕ ਨਾ ਟੀਚਰ ਪੜ੍ਹਾ ਰਹੀ ਸੀ ਬੱਚਿਆਂ ਨੂੰ, ਤੇ ਜਦੋਂ ਉਹਨੇ ਪੜ੍ਹਾ ਲਿਆ, ਕਲਾਸ ਖਤਮ ਹੋ ਗਈ, ਤਾਂ ਉਹ ਬੱਚਿਆਂ ਨੂੰ ਕਹਿੰਦੀ ਹੈ ਜੇ ਤੁਹਾਡੇ ਕੋਲ ਕੋਈ ਸਵਾਲ ਹੈ ਤਾਂ ਤੁਸੀਂ ਪੁੱਛ ਸਕਦੇ ਹੋ, ਜੇ ਤੁਹਾਡੇ ਕੋਲ ਸਵਾਲ ਹੈ ਕੋਈ ਤਾਂ ਮੈਨੂੰ ਪੁੱਛ ਲਓ। ਤਾਂ ਇੱਕ ਮੁੰਡਾ ਕਹਿੰਦਾ ਮੈਡਮ, ਉਹ ਜਿਹੜਾ ਮੈਲੇ ਜਿਹੇ ਕੱਪੜੇ ਪਾ ਕੇ ਤੁਹਾਡੇ ਵਾਸਤੇ ਚਾਹ ਲਿਆਇਆ ਸੀ, ਉਹ ਤੁਹਾਡਾ ਪਤੀ ਸੀ? ਲੋ ਬਈ ਸਾਥੀਓ, ਕਰੋਨਾ ਫੈਲਿਆ ਹੋਇਆ, ਕਰੋਨਾ ਕੋਲੋਂ ਡਰਨਾ ਨਹੀਂ, ਇਹਦੇ ਨਾਲ ਲੜਨਾ। ਪਤੀ ਪਤਨੀ ਅੱਜ ਕੱਲ ਇਕੱਠੇ ਹੀ ਬੈਠਦੇ ਨੇ ਨਾ, ਤੇ ਇੱਕ ਕੁਝ ਤਾਂ ਪਤੀ ਦੱਸ ਰਿਹਾ ਸੀ, ਮੇਰੀ ਪਤਨੀ ਮੇਰੇ ਕੋਲੋਂ ਆਉਂਦਿਆਂ ਜਾਂਦਿਆਂ 5 ਵਾਰੀ ਕਹਿ ਚੁੱਕੀ ਹੈ, ਇਹ ਬਿਮਾਰੀ ਪਤਾ ਨਹੀਂ ਕਦੋਂ ਜਾਏਗੀ। ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਉਹ ਕਰੋਨਾ ਨੂੰ ਕਹਿ ਰਹੀ ਸੀ ਜਾਂ ਮੈਨੂੰ ਕਹਿ ਰਹੀ ਸੀ। ਇੱਕ ਪਤਨੀ ਕਹਿੰਦੀ ਹੇ ਰੱਬਾ, ਹੇ ਰੱਬਾ, ਇਹ ਕਰੋਨਾ ਨੇ ਤਾਂ ਮੈਨੂੰ ਨੁਕਰਾਨੀ ਬਣਾ ਦਿੱਤਾ ਹੈ। ਤਾਂ ਪਤੀ ਕਹਿਣ ਲੱਗਿਆ ਤੈਨੂੰ ਨੁਕਰਾਨੀ ਕਿਵੇਂ ਬਣਾ ਦਿੱਤਾ ਹੈ? ਸਾਰੇ ਕੰਮ ਮੈਂ ਕਰਦਾ, ਭਾਂਡੇ ਮਾਂਜਦਾ, ਮੈਂ ਝਾੜੂ ਦੇਣਾ, ਪੋਚੇ ਲਾਨਾ, ਮੈਂ ਨੌਕਰ ਹੋਇਆ? ਤੇ ਪਤਨੀ ਕਹਿੰਦੀ ਫਿਰ ਨੌਕਰ ਦੀ ਪਤਨੀ ਨੌਕਰਾਨੀ ਹੋਈ ਨਾ। ਕੋਈ ਕਹਿ ਰਿਹਾ ਸੀ ਹੇ ਰੱਬਾ, ਤੂੰ ਸਾਰੀਆਂ ਜੋੜੀਆਂ ਬਣਾਈਆਂ ਨੇ, ਇਹ ਕਰੋਨਾ ਦੀ ਵੀ ਜੋੜੀ ਬਣਾ ਦੇ, ਇਹਨੂੰ ਵੀ ਕੋਈ ਕਰੋਨੀ ਦੇ ਦੇ, ਤਾਂ ਕਿ ਇਹ ਆਪਣਾ ਘਰ ਸਾਂਭੇ ਤੇ ਸਾਡਾ ਖਹਿੜਾ ਛੱਡੇ। ਇੱਕ ਔਰਤ ਕਹਿ ਰਹੀ ਸੀ ਦੂਜੀ ਨੂੰ, ਇਹ ਕਰੋਨਾ ਬਿਲਕੁਲ ਸੱਸ ਵਰਗਾ, ਕਰੋਨਾ ਬਿਲਕੁਲ ਸੱਸ ਵਰਗਾ, ਇੱਥੇ ਜਾਣਾ ਨਹੀਂ, ਉੱਥੇ ਜਾਣਾ ਨਹੀਂ, ਇਹਨੂੰ ਮਿਲਣਾ ਨਹੀਂ, ਉਹਨੂੰ ਮਿਲਣਾ ਨਹੀਂ, ਬਾਹਰੋਂ ਖਾਣਾ ਨਹੀਂ, ਇੱਥੋਂ ਤੱਕ ਕਿ ਪੇਕੇ ਜਾਣਾ ਨਹੀਂ। ਲੋ ਜੀ, ਕਰੋਨਾ ਜਦੋਂ ਆਇਆ ਤੇ ਪਹਿਲਾਂ ਲੱਗਦਾ ਸੀ ਵੀ ਜਿਵੇਂ ਇਹ ਨਾ ਬਹੁਤੀ ਦੇਰ ਨਹੀਂ ਰਹੇਗਾ, ਇਹਨੂੰ ਕੰਟਰੋਲ ਕਰ ਲਵਾਂਗੇ। ਜਿਵੇਂ ਪਤਨੀ ਆਵੇ ਨਵੀਂ ਤੇ ਆਦਮੀ ਕਹਿੰਦਾ ਵੀ ਅਸੀਂ ਪਤਨੀ ਨੂੰ ਕੰਟਰੋਲ ਕਰ ਲਵਾਂਗੇ, ਪਰ ਵਕਤ ਦੇ ਨਾਲ ਪਤਾ ਲੱਗਦਾ ਕਿ ਇਹਦੇ ਨਾਲ ਹੁਣ ਐਡਜਸਟ ਕਰਨਾ ਪੈਣਾ ਹੈ। ਲੋ ਬਈ, ਮਾਸਕ ਪਾਣੀ ਬੜੀ ਜ਼ਰੂਰੀ ਹੈ, ਕਿਉਂਕਿ ਸਰਕਾਰਾਂ ਨੇ ਤਾਂ ਹੱਥ ਖੜੇ ਕਰ ਦਿੱਤੇ ਨੇ, ਉਹਨਾਂ ਨੇ ਤੇ ਜੋ ਕਰਨਾ ਸੀ ਕਰ ਲਿਆ। ਹੁਣ ਸਵਾਰੀ ਆਪਣੀ ਸਿਹਤ ਦੀ ਖੁਦ ਜ਼ਿੰਮੇਵਾਰ ਹੈ। ਉਹ ਪਤੀ ਕਹਿਣ ਲੱਗਿਆ ਪਤਨੀ ਨੂੰ, ਤੂੰ ਮਾਸਕ ਕਿਉਂ ਨਹੀਂ ਪਾਈ ਹੋਈ, ਤੂੰ ਮਾਸਕ ਕਿਉਂ ਨਹੀਂ ਪਾਈ? ਤਾਂ ਪਤਨੀ ਕਹਿੰਦੀ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਮੈਂ ਮੂੰਹ ਫੁਲਾ ਕੇ ਬੈਠੀ ਹਾਂ? ਲੋ ਵੀ ਦੋਸਤੋ, ਮਾਸਕ ਪਾ ਕੇ ਰੱਖਿਆ ਕਰੋ, ਕਿਉਂਕਿ ਹੁਣ ਤਾਂ ਯਮਦੂਤ ਨੇ ਵੀ ਸੁਨੇਹਾ ਭੇਜਿਆ
ਯਮਦੂਤ ਕਹਿੰਦਾ ਮਾਸਕ ਪਾ ਕੇ ਰੱਖਿਆ ਕਰੋ, ਕਿਉਂਕਿ ਮੇਰੇ ਕੋਲ ਵੀ ਹੁਣ ਕੋਈ ਬੈੱਡ ਖਾਲੀ ਨਹੀਂ ਹੈ। ਇੱਕ ਆਦਮੀ ਸਾਧ ਕੋਲ ਗਿਆ ਤੇ ਸਾਧ ਨੂੰ ਜਾ ਕੇ ਕਹਿੰਦਾ ਮੇਰੀ ਪਤਨੀ ਮੈਨੂੰ ਪਿਆਰ ਨਹੀਂ ਕਰਦੀ, ਕੋਈ ਉਪਾਅ ਦੱਸੋ। ਤਾਂ ਸਾਧ ਨੇ ਇੱਕ ਤਵੀਤ ਦੇ ਦਿੱਤਾ, ਕਹਿੰਦਾ ਇਹ ਤਵੀਤ ਪਾ ਕੇ ਰੱਖਿਆ ਕਰ, ਤੇਰੀ ਪਤਨੀ ਤੈਨੂੰ 2-3 ਮਹੀਨਿਆਂ 'ਚ ਪਿਆਰ ਕਰਨ ਲੱਗ ਪਏਗੀ। ਜਦੋਂ ਕਾਫੀ ਦੇਰ ਬਾਅਦ ਉਹ ਆਦਮੀ ਸਾਧ ਨੂੰ ਦੁਬਾਰਾ ਮਿਲਿਆ ਤਾਂ ਸਾਧ ਪੁੱਛਦਾ ਹੈ ਕਿ ਉਹ ਹੁਣ ਤੇਰੀ ਪਤਨੀ ਪਿਆਰ ਕਰਦੀ ਹੈ, ਤਵੀਤ ਦਾ ਅਸਰ ਹੋਇਆ? ਤਾਂ ਉਹ ਆਦਮੀ ਕਹਿੰਦਾ ਵੀ ਪਤਨੀ ਤਾਂ ਪਿਆਰ ਨਹੀਂ ਕਰਦੀ, ਪਰ ਪੜੋਸਣ ਪਿਆਰ ਕਰਨ ਲੱਗ ਪਈ ਹੈ। ਤਾਂ ਸਾਧ ਕਹਿੰਦਾ ਚੱਲ, ਜੇ ਇਫੈਕਟ ਨਹੀਂ ਹੋਇਆ ਤਾਂ ਸਾਈਡ ਇਫੈਕਟ ਤਾਂ ਹੋਇਆ ਨਾ। ਇੱਕ ਨਾ ਪਤਨੀ ਨੇ ਪਤੀ ਨੂੰ ਪੁੱਛਿਆ, ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ, ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ? ਤਾਂ ਪਤੀ ਨੇ ਕਿਹਾ ਮੈਂ ਤੇਰੇ ਨਾਲ ਸ਼ਾਹਜਹਾਂ ਤੋਂ ਵੀ ਜ਼ਿਆਦਾ ਪਿਆਰ ਕਰਦਾ। ਤਾਂ ਪਤਨੀ ਕਹਿੰਦੀ ਜੇ ਮੈਂ ਮਰ ਗਈ ਤਾਂ ਫਿਰ ਤਾਜ ਮਹਿਲ ਬਣਵਾਓਗੇ? ਪਤੀ ਕਹਿੰਦਾ ਲੈ ਮੈਂ ਤਾਂ ਪਲਾਟ ਵੀ ਲੈ ਲਿਆ, ਦੇਰੀ ਤਾਂ ਤੇਰੇ ਵੱਲੋਂ ਹੀ ਹੋ ਰਹੀ ਹੈ।